ਦੋਸਤੋ 75 ਮੁਲਕਾਂ ਦੇ ਉੱਤੇ ਜਿਹੜਾ ਪੌਜ਼ ਲੱਗਿਆ ਹੈ ਸਭ ਤੋਂ ਜ਼ਿਆਦਾ ਸਵਾਲ ਉਹਦੇ ਮੁਤਲਕ ਹੁੰਦਾ। ਉਹਦੇ ਮੁਤਲਕ ਮੈਂ ਤੁਹਾਨੂੰ ਦੋ ਛੋਟੀਆਂ ਜੀਆਂ ਅਪਡੇਟ ਦੇਣਾ। ਪਹਿਲੀ ਅਪਡੇਟ ਇਹ ਵੇ ਕਿ 5 ਮਈ ਨੂੰ ਇੱਕ ਨਵੀਂ ਵਕੀਲ ਸਾਹਿਬਾਂ ਨੇ ਉਹਦੇ ਆਪਣਾ ਵਕਾਲਤਨਾਮਾ ਜਮ੍ਹਾਂ ਕਰਵਾ ਦਿੱਤਾ ਹੈ ਔਰ ਉਹ ਵਕੀਲ ਸਾਹਿਬਾਂ ਦਾ ਤਾਲੁਕ ਉਸ ਪਾਰਟੀ ਵੱਲੋਂ ਜਿਨ੍ਹਾਂ ਨੇ ਗਵਰਨਮੈਂਟ ਦੇ ਖਿਲਾਫ ਕੇਸ ਕੀਤਾ ਹੈ। ਇਹ ਬਸ ਅਪਡੇਟ ਹੈਗੀ ਜੀ, ਇਸ ਤੋਂ ਇਲਾਵਾ ਕੋਈ ਅਪਡੇਟ ਨਹੀਂ ਹੈਗੀ। ਕੇਸ ਮੁਕੰਮਲ ਹੈ, ਕਾਗਜ਼ ਸਾਰੇ ਪਹੁੰਚ ਚੁੱਕੇ ਨੇ। ਹੁਣ ਜੱਜ ਸਾਹਿਬਾਂ ਨੇ ਸਿਰਫ ਫੈਸਲਾ ਦੇਣਾ ਹੈ। ਫੈਸਲਾ ਅੱਜ ਆਈਏ, ਕੱਲ ਆਜੇ, ਮਹੀਨੇ ਬਾਅਦ ਆਏ, ਕੁਝ ਪਤਾ ਨਹੀਂ ਗਾ। ਲੇਕਿਨ ਤੁਹਾਨੂੰ ਮੈਂ ਦੋ ਚੀਜ਼ਾਂ ਕਲੀਅਰ ਕਰਦਾ, ਇਹ ਜਿਹੜੀ ਅਦਾਲਤ ਹੈ ਇਹ ਬੜੀ ਜ਼ਬਰਦਸਤ ਹੈ। ਇਹ 12 ਮਹੀਨੇ ਕੰਮ ਕਰਦੀ ਹੈ। ਸੁਪਰੀਮ ਕੋਰਟ ਤੇ ਚਲੀ ਜਾਏਗੀ ਨਾ ਜੂਨ ਤੋਂ ਬਾਅਦ, ਜੁਲਾਈ ਦੇ ਵਿੱਚ ਛੁੱਟੀਆਂ ਤੇ ਚਲੇ ਜਾਣਗੇ, ਗਰਮੀਆਂ ਤੋਂ ਬਾਅਦ ਆਣਗੇ। ਇਹ ਨਹੀਂ ਜਾਂਦੇ, ਇਹ ਕਿਸੇ ਟਾਈਮ ਇਹਨਾਂ ਨੇ ਫੈਸਲਾ ਦੇ ਦੇਣਾ। ਇਹ ਫੈਸਲਾ ਹਰ ਵਕਤ ਇਹਨਾਂ ਦੇ ਕੇਸ ਚੱਲਦੇ ਰਹਿੰਦੇ ਨੇ। ਨੋਰਮਲੀ ਜੋ ਮੈਂ ਆਰਟੀਕਲ ਪੜ੍ਹੇ ਨੇ, ਜੋ ਮੈਂ ਖਬਰਾਂ ਪੜ੍ਹੀਆਂ, ਕੋਰਟ ਰਿਕਾਰਡ ਦੇਖੇ ਨੇ, ਉਹਦੇ ਮੁਤਾਬਕ 2 ਮਹੀਨੇ ਦੇ ਵਿੱਚ ਫੈਸਲਾ ਆਉਂਦਾ ਹੈ, ਸਭ ਕੁਝ ਮੁਕੰਮਲ ਹੋਣ ਤੋਂ ਬਾਅਦ। 24 ਅਪ੍ਰੈਲ ਨੂੰ ਸਾਡਾ ਕੇਸ ਮੁਕੰਮਲ ਹੋਇਆ ਤੇ 24 ਜੂਨ ਤੱਕ ਤੁਸੀਂ ਸਮਝੋ। ਲੇਕਿਨ ਕੋਈ ਗਾਈਡਲਾਈਨ ਨਹੀਂ, ਇਹ ਸਭ ਤੁੱਕੇ ਨੇ, ਆਈਡੀਏ ਨੇ। ਇੱਕ ਪੈਟਰਨ ਨੂੰ ਦੇਖ ਕੇ ਇੱਕ ਕਿਹਾ ਜਾਂਦਾ ਕਿ ਹੋ ਸਕਦਾ ਜੀ 2 ਮਹੀਨੇ 'ਚ ਹੀ ਆਏ, ਕਿਉਂਕਿ 2 ਮਹੀਨੇ 'ਚ ਹੀ ਆਉਂਦਾ, ਹੋ ਸਕਦਾ ਸੁਬਾਹ ਆ ਜਾਏ, ਕੱਲ ਆ ਜਾਏ, ਕੋਈ ਪਤਾ ਨਹੀਂ। ਇੱਕ ਅਪਡੇਟ ਐਸੀ ਇਹਦੇ ਚਾਹੀਏ ਕੁਛ ਨਹੀਂ, ਸਿਰਫ ਜੱਜ ਸਾਹਿਬਾਂ ਨੇ ਫੈਸਲਾ ਕਰਨਾ। ਯਾਦ ਰੱਖੋ ਕਿ ਜੱਜ ਸਾਹਿਬਾਂ ਕੋਲ ਡਾਕੂਮੈਂਟਸ ਪਹੁੰਚ ਚੁੱਕੇ ਨੇ, ਉਹਨਾਂ ਕੋਲ ਇੱਕ ਕੇਸ ਤੇ ਨਹੀਂ ਗਾ, ਬੇਤਾਸ਼ਾ ਕੇਸ ਨੂੰ ਹੋਣਗੇ। ਉਹ ਹੁਣ ਆਸਤਾ ਆਸਤਾ ਪੜ੍ਹਨਗੇ, ਉਹਨੂੰ ਦੇਖਣਗੇ, ਫਿਰ ਇੱਕ ਦਿਨ ਐਲਾਨ ਕਰਨਗੇ, ਸ਼ਾਇਦ ਕੱਲ ਫੈਸਲਾ ਆ ਜਾਏ। ਉਹ ਜਾਂ ਇਹ ਕਹਿ ਦੇਣ ਕਿ ਨਹੀਂ ਜੀ ਆਪਣਾ ਮੈਂ ਅੱਜ ਹੀ ਫੈਸਲਾ ਦੇ ਰਹੀ ਹਾਂ, ਕੋਈ ਪਤਾ ਨਹੀਂ। ਮੈਂ ਉਹਦੇ ਉੱਤੇ ਬੈਠਾ ਹਾਂ, ਬੇਫਿਕਰ ਹੋ ਤੁਸੀਂ, ਫੌਰੀ ਤੌਰ ਤੇ ਤੁਹਾਨੂੰ ਦੱਸਾਂਗਾ। ਦੂਸਰੀ ਗੱਲ ਹੈ ਵੇ ਜਨਾਬ ਕਿ ਜਿੰਨੇ ਲੋਕਾਂ ਨੇ ਇੰਟਰਵਿਊ ਦਿੱਤੇ ਨੇ, ਮੈਂ ਮਈ ਦੇ ਫਸਟ ਵੀਕ ਦੀ ਹੁਣ ਗੱਲ ਕਰ ਰਿਹਾ, ਪੁਰਾਣਿਆਂ ਨੂੰ ਛੱਡ ਦਿਓ, ਨਵੇਂ ਤਾਜ਼ਾ ਇੰਟਰਵਿਊ ਸਪੋਜ਼ ਵੀਜ਼ੇ ਦੇ, F4 ਵੀਜ਼ੇ ਦੇ, ਸਾਰਿਆਂ ਦੇ ਇੰਟਰਵਿਊ ਦੇ ਕੇ ਮੇਰੇ ਨਾਲ ਰਾਬਤਾ ਕੀਤਾ। ਜਿਹੜੇ ਲੋਕ ਮੇਰੇ ਨਾਲ ਰਾਬਤੇ 'ਚ ਹੈਗੇ ਨੇ ਸਾਰੇ, ਉਹ 6-6 8-8 ਮਹੀਨੇ ਤੋਂ ਰਾਬਤੇ 'ਚ ਨੇ, ਕਿਸੇ ਨੂੰ ਵੀ ਵੀਜ਼ਾ ਨਹੀਂ ਮਿਲਿਆ। ਐਸੇ ਟੌਪ ਦੇ ਇੰਟਰਵਿਊ ਹੋਏ ਨੇ ਕਿ ਬਹੁਤ ਘੱਟ ਉਹਨਾਂ ਕੋਲ ਡਾਕੂਮੈਂਟਸ ਮੰਗੇ ਗਏ ਨੇ, ਬਹੁਤ ਘੱਟ ਸਵਾਲ ਹੋਏ ਨੇ, ਬਹੁਤ ਬਿਹਤਰੀਨ A+ ਇੰਟਰਵਿਊ ਦੇ ਕੇ ਆਏ ਨੇ। ਔਰ ਜਨਾਬ ਉਸ ਤੋਂ ਬਾਅਦ ਉਹਨਾਂ ਨੂੰ ਇਹੀ ਕਿਹਾ ਗਿਆ ਜੀ ਇੰਤਜ਼ਾਰ ਕਰੋ, ਤੁਹਾਡਾ ਸਭ ਕੁਝ ਮੁਕੰਮਲ ਹੈ, ਪਾਸ ਖੁੱਲ੍ਹਣ ਦਾ ਇੰਤਜ਼ਾਰ ਕਰੋ। ਮੇਰੇ ਕੋਲੋਂ ਇਹ ਰੱਫੜ ਵਾਲਾ ਕੋਈ ਵੀ ਨਹੀਂ ਆਇਆ ਐਸਾ ਬੰਦਾ। ਮੇਰੀਆਂ ਭੈਣਾਂ ਨੇ ਮੈਨੂੰ ਦੱਸਦੀਆਂ ਨੇ, ਆ ਕੇ ਫੋਨ ਕਰਦੀਆਂ ਨੇ, ਭਰਾ ਨੇ ਦੱਸਦੇ ਨੇ, ਯਾਰ ਕਿਆ ਹੋ ਗਿਆ। ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਮੇਰੇ ਤੇ ਇਤਮਾਦ ਕਰਦੇ ਹੋ, ਇਸ ਵਾਸਤੇ ਤੁਸੀਂ ਖੁਦ ਫੋਨ ਕਰਕੇ ਮੈਨੂੰ ਦੱਸਦੇ ਹੋ। ਮੇਰਾ ਤੇ ਸਾਰਾ ਨਿਜ਼ਾਮ ਤੁਹਾਡੇ ਨਾਲ ਚੱਲ ਰਿਹਾ ਹੁੰਦਾ ਨਾ, ਕਿ ਤੁਸੀਂ ਖੁਦ ਦੱਸਦੇ ਹੋ ਕਿ ਬੋਬੀ ਭਾਈਆ ਹੋ ਗਿਆ, ਸਭ ਕੁਝ ਹੋ ਗਿਆ। ਦੇਖੋ, ਜਿੰਨੀ ਦੇਰ ਤੱਕ ਤੁਸੀਂ ਖੁਦ ਨਹੀਂ ਦੱਸਣਾ ਆਪਣਾ ਕੇਸ, ਉਨੀ ਦੇਰ ਤੱਕ ਮੈਂ ਵੀਡੀਓ ਨਹੀਂ ਬਣਾ ਸਕਦਾ। ਖਬਰ ਤੇ ਮੇਰੇ ਕੋਲ ਘੰਟੇ ਬਾਅਦ ਆ ਜਾਂਦੀ ਹੈ, ਲੇਕਿਨ ਉਹ ਤੇ ਸੋਸ਼ਲ ਮੀਡੀਆ ਦੀ ਖਬਰਾਂ ਨੇ ਨਾ, ਉਹਦਾ ਤਾਂ ਕੋਈ ਤਾਲਕ ਨਹੀਂ ਗਾ। ਜਿੰਨਾ ਤੱਕ ਮੈਂ ਖੁਦ ਪੜਾਂਗਾ, ਖੁਦ ਸੁਣਾਂਗਾ, ਖੁਦ ਦੇਖਾਂਗਾ, ਫਿਰ ਤੁਹਾਨੂੰ ਦੱਸਾਂਗਾ। ਬੇਫਿਕਰ ਹੋ, ਮੈਂ ਤੇ ਬੈਠਾ, ਭਾਵੇਂ ਰਾਤੀ 2 ਵਜੇ ਮੇਰੇ ਕੋਲ ਅਥੈਂਟਿਕ ਖਬਰ ਆ ਜਾਏ, ਕੋਈ ਮੇਰਾ ਭੈਣ ਭਰਾ ਮੈਨੂੰ ਦੱਸ ਦੇ, ਕੋਰਟ 'ਚੋਂ ਖਬਰ ਆ ਜਾਏ, ਕਿਧਰੋਂ ਮੀਡੀਆ ਤੋਂ ਖਬਰ ਆ ਗਈ, ਮੈਂ ਉਸੇ ਵੇਲੇ ਤੁਹਾਨੂੰ ਦੱਸਾਂਗਾ। ਤੇ ਦੁਆ ਕਰੋ ਬਸ। ਇਹ ਫਿਲਹਾਲ ਕੁਝ ਵੀ ਨਹੀਂ ਹੋਇਆ, ਕਿਸੇ ਨੂੰ ਵੀਜ਼ਾ ਨਹੀਂ ਮਿਲਿਆ। ਜਿੰਨੀਆਂ ਤੁਸੀਂ ਆਨਲਾਈਨ ਦੇਖਦੇ ਪਏ ਉਹਨਾਂ ਚੀਜ਼ਾਂ ਸਾਰੀਆਂ ਉਹ ਫੇਕ ਹੀ ਨੇ। ਸਾਡੇ ਹੱਥ 'ਚ ਆਉਣਗੀਆਂ ਤੇ ਅਸੀਂ ਮੰਨਾਂਗੇ ਨਾ। ਥੈਂਕ ਯੂ ਸੋ ਮਚ।